पता होए ਇਹਦੇ ਲਈ ਤੁਹਾਨੂੰ ਆਪੋਜੀਸ਼ਨ ਦਾ ਵੀ ਪਤਾ ਹੋਣਾ ਬੜਾ ਜ਼ਰੂਰੀ ਹੈ ਵੀ ਦੂਸਰੇ ਪਾਸੇ ਵਿਰੋਧ ਕੀ ਹੈ, ਗਲਤ ਕੀ ਹੈ, ਤਾਂ ਹੀ ਤੁਹਾਨੂੰ ਜ਼ਿਆਦਾ ਸਹੀ ਦੀ ਪਛਾਣ ਹੁੰਦੀ ਹੈ। ਔਰ ਉਹਨੇ ਕਿਹਾ ਮੈਂ ਉਰੇ ਆ, ਮੈਂ ਤੈਨੂੰ ਉਸ ਵੱਡੀ ਕੰਜਰੀ ਦੀ ਸਜ਼ਾ ਵਿਖਾਵਾਂ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ। ਹਾਲੇਲੂਇਆ। ਜਿਹਦੇ ਨਾਲ ਧਰਤੀ ਦੇ ਰਾਜਿਆਂ ਨੇ ਹਰਾਮਕਾਰੀ ਕੀਤੀ ਅਤੇ ਧਰਤੀ ਦੇ ਵਾਸੀ ਉਹਦੀ ਹਰਾਮਕਾਰੀ ਦੀ ਮੈਲ ਨਾਲ ਮਸਤ ਹੋਏ। ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਉਜਾੜ ਵਿੱਚ ਲੈ ਗਿਆ ਅਤੇ ਮੈਂ ਇੱਕ ਤੀਵੀਂ ਨੂੰ ਕਿਰਮਚੀ ਰੰਗ ਦੇ ਇੱਕ ਦਰਿੰਦੇ ਉੱਤੇ ਜਿਹੜਾ ਕੁਫਰ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਜਿਹਦੇ 7 ਸਿਰ ਅਤੇ 10 ਸਿੰਗ ਸਨ ਬੈਠੇ ਵੇਖਿਆ। ਅਤੇ ਉਸ ਤੀਵੀਂ ਨੇ ਬੈਂਗਣੀ ਅਤੇ ਕਿਰਮਚੀ ਪੁਸ਼ਾਕ ਪਹਿਨੀ ਹੋਈ ਸੀ ਅਤੇ ਉਹ ਸੋਨੇ ਮੋਤੀਆਂ ਤੇ ਜਵਾਹਰਾਂ ਨਾਲ ਸ਼ਿੰਗਾਰੀ ਹੋਈ ਸੀ। ਉਸਨੇ ਇੱਕ ਪਿਆਲਾ ਸੋਨੇ ਦਾ ਆਪਣੇ ਹੱਥ ਵਿੱਚ ਫੜਿਆ ਹੋਇਆ ਸੀਗਾ ਜਿਹੜਾ ਘਿਨੌਣੀਆਂ ਵਸਤਾਂ ਤੇ ਉਹਦੀ ਹਰਾਮਕਾਰੀ ਦੀਆਂ ਪ੍ਰਿਸ਼ਤਾਈਆਂ ਨਾਲ ਭਰਿਆ ਹੋਇਆ ਸੀ ਅਤੇ ਉਹਦੇ ਮੱਥੇ ਉੱਤੇ ਇਹ ਭੇਤ ਵਾਲਾ ਨਾਂ ਲਿਖਿਆ ਹੋਇਆ ਸੀ, ਅਰਥਾਤ ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਤੇ ਧਰਤੀ ਦੀਆਂ ਘਿਨੌਣੀਆਂ ਵਸਤਾਂ ਦੀ ਮਾਂ। ਅਤੇ ਮੈਂ ਉਸ ਤੀਵੀਂ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੀਆਂ ਸ਼ਹੀਦਾਂ ਦੇ ਲਹੂ ਨਾਲ ਮਸਤ ਹੋਈ ਹੋਈ ਵੇਖਿਆ ਅਤੇ ਉਹਨੂੰ ਵੇਖ ਕੇ ਮੈਂ ਡਾਢਾ ਅਚਰਜ ਹੋ ਕੇ ਹੱਕਾ ਬੱਕਾ ਰਹਿ ਗਿਆ। ਹਾਲੇਲੂਇਆ। ਅਤੇ ਦੂਤ ਨੇ ਮੈਨੂੰ ਆਖਿਆ ਭਈ ਤੂੰ ਹੱਕਾ ਬੱਕਾ ਕਾਹਨੂੰ ਹੋਇਆ ਹੈ? ਉਹ ਤੀਵੀਂ ਅਤੇ ਉਹ ਦਰਿੰਦਾ ਜਿਸ ਉੱਤੇ ਉਹ ਸਵਾਰ ਹੈ, ਜਿਹਦੇ 7 ਸਿਰ ਅਤੇ 10 ਸਿੰਗ ਹਨ, ਮੈਂ ਉਹਨਾਂ ਦਾ ਭੇਦ ਤੈਨੂੰ ਦੱਸਾਂਗਾ। ਉਹ ਦਰਿੰਦਾ ਜਿਹੜਾ ਤੈਂ ਵੇਖਿਆ ਸੋ ਹੈ ਸੀ ਅਤੇ ਨਹੀਂ ਹੈਗਾ, ਤੇ ਉਹਨੇ ਅਥਾਹ ਕੁੰਡ ਵਿੱਚੋਂ ਚੜ ਆਉਣਾ ਤੇ ਨਸ਼ਟ ਹੋ ਜਾਣਾ ਹੈ। ਅਤੇ ਧਰਤੀ ਦੇ ਵਾਸੀ ਜਿਨ੍ਹਾਂ ਦਾ ਨਾਂ ਜਗਤ ਦੇ ਮੁੱਢੋਂ ਜੀਵਨ ਦੀ ਪੋਥੀ ਵਿੱਚ ਨਹੀਂ ਲਿਖਿਆ ਗਿਆ, ਉਸ ਦਰਿੰਦੇ ਨੂੰ ਵੇਖ ਕੇ ਭਈ ਉਹ ਹੈ ਸੀ ਅਤੇ ਨਹੀਂ ਹੈਗਾ ਤੇ ਫਿਰ ਆਉਂਦਾ ਹੈ, ਅਚਰਜ ਹੋ ਜਾਣਗੇ। ਸਮਝਦਾਰ ਬੁੱਧ ਦਾ ਮੌਕਾ ਇੱਥੇ ਹੀ ਹੈ। ਇਹ 7 ਸਿਰ 7 ਟਿੱਲੇ ਹਨ ਜਿੱਥੇ ਤੀਵੀਂ ਉਹਨਾਂ ਉੱਤੇ ਬੈਠੀ ਹੋਈ ਹੈ ਅਤੇ ਉਹ 7 ਰਾਜੇ ਵੀ ਹਨ। 5 ਤਾਂ ਡਿੱਗ ਪਏ ਹਨ, ਇੱਕ ਹੈ ਤੇ ਇੱਕ ਅਜੇ ਆਇਆ ਨਹੀਂ। ਜਦੋਂ ਆਵੇਗਾ ਤਾਂ ਥੋੜਾ ਚਿਰ ਰਹਿਣਾ ਜ਼ਰੂਰੀ ਹੈ। ਆਮੇਨ, ਹਾਲੇਲੂਇਆ। ਇੱਥੇ ਇੱਕ ਔਰਤ ਦਾ ਜ਼ਿਕਰ ਆ ਜਿਹਨੇ ਕਿਰਮਚੀ ਰੰਗ ਦੇ ਵਸਤਰ ਪਾਏ ਹੋਏ ਆ, ਪਰ ਉਹ ਔਰਤ ਨੇ ਹੱਥ ਵਿੱਚ ਸੋਨੇ ਦਾ ਪਿਆਲਾ ਫੜਿਆ ਹੋਇਆ ਆ। ਆਮੀਨ। ਸ਼ਹੀਦਾਂ ਦੇ ਜਿਹੜਾ ਲਹੂ ਨਾਲ ਭਰਿਆ ਹੋਇਆ ਹੈ। ਔਰ ਇਹ ਔਰਤ ਨੂੰ ਕਿਹਾ ਗਿਆ ਸਾਰੀ ਧਰਤੀ ਦੀਆਂ ਕੰਜਰੀਆਂ ਦੀ ਮਾਂ। ਆਮੀਨ। ਕੰਜਰੀਆਂ ਦੀ ਮਾਂ। ਬਾਈਬਲ ਸਾਨੂੰ ਦੱਸਦੀ ਹੈ ਕਿ ਜਿੱਥੇ ਔਰਤ ਦਾ ਜ਼ਿਕਰ ਹੈ ਬਾਈਬਲ 'ਚ, ਇਹ ਔਰਤ ਇੱਕ ਕਲੀਸਿਆ ਹੈ। ਹਾਲੇਲੂਇਆ। ਇਹ ਔਰਤ ਕੌਣ ਹੈ? ਇੱਕ ਕਲੀਸਿਆ। ਔਰ ਬਾਈਬਲ ਦੱਸਦੀ ਹੈ ਕਿ ਇਹ 7 ਸਿਰ ਹਨ ਜਿਸ ਦਰਿੰਦੇ ਉੱਤੇ ਉਹ ਸਵਾਰ ਹੈ। ਆਮੀਨ। ਉਹ ਦਰਿੰਦੇ ਦੇ 7 ਸਿਰ ਆ ਤੇ 10 ਸਿੰਗ ਹਨ। ਇਹ 7 ਸਿਰ ਦਾ ਮਤਲਬ ਹੈ 7 ਪਹਾੜੀਆਂ। ਆਮੀਨ। ਔਰ ਇੱਕੋ ਹੀ ਸ਼ਹਿਰ ਆ ਜਿਹੜਾ 7 ਪਹਾੜੀਆਂ ਉੱਤੇ ਬਣਿਆ ਹੋਇਆ ਆ, ਉਹ ਹੈ ਰੋਮ, ਵੈਟੀਕਨ। ਔਰ ਜਿਹੜੀ ਕਲੀਸਿਆ ਉੱਥੇ ਬੈਠੀ ਹੋਈ ਆ ਉਹ ਹੈ ਕੈਥੋਲਿਕ, ਯਾਨੀ ਰੋਮਨ ਕੈਥੋਲਿਕ। ਔਰ ਇਹੀ ਹੈ ਜਿਹਦਾ ਪਿਆਲਾ ਸ਼ਹੀਦਾਂ ਦੇ ਲਹੂ ਦੇ ਨਾਲ ਭਰਿਆ ਹੋਇਆ ਆ, ਕਿਉਂਕਿ ਸਭ ਤੋਂ ਵੱਧ ਅਗਰ ਮਸੀਹ ਲੋਕਾਂ ਦਾ ਖੂਨ ਕਿਸੇ ਨੇ ਕਰਵਾਇਆ ਤੇ ਉਹ ਰੋਮਨ ਕੈਥੋਲਿਕ ਸੀ। ਇਤਿਹਾਸ ਦੱਸਦਾ ਆ ਕਿ 6 ਕਰੋੜ 80 ਲੱਖ ਲੋਕ ਰੋਮਨ ਕੈਥੋਲਿਕ ਨੇ ਮਸੀਹੀ ਮਰਵਾਏ। 6 ਕਰੋੜ 80 ਲੱਖ। ਆਮੀਨ। ਤਾਂ ਧਰਤੀ ਦੇ ਰਾਜਿਆਂ ਨੇ ਇਹਦੇ ਨਾਲ ਹਰਾਮਕਾਰੀ ਕੀਤੀ, ਮਤਲਬ ਧਰਤੀ ਦੇ ਰਾਜੇ ਇਹਦੇ ਨਾਲ ਮਿਲ ਗਏ। ਇਹ ਕੰਜਰੀ ਹੈ। ਕੰਜਰੀ ਦਾ ਮਤਲਬ ਹੁੰਦਾ ਜਿਹੜੀ ਆਪਣੇ ਪਤੀ ਨਾਲ ਵਫਾਦਾਰ ਨਹੀਂ। ਔਰ ਸਾਡਾ ਸਭ ਦਾ ਪਤੀ ਵਚਨ ਹੈ, ਪਰ ਇਹ ਕਲੀਸਿਆ ਕੰਜਰੀ ਹੈ ਕਿਉਂਕਿ ਇਹ ਵਚਨ ਦੇ ਅਧੀਨ ਨਹੀਂ ਹੈ। ਇਹ ਬਹੁਮੁੱਲੇ ਮੋਤੀਆਂ, ਸ਼ਾਰ ਸ਼ਿੰਗਾਰ, ਸੋਨੇ ਚਾਂਦੀਆਂ ਦੇ ਨਾਲ ਜੜੀ ਹੋਈ ਹੈ, ਸ਼ਿੰਗਾਰੀ ਹੋਈ ਹੈ। ਔਰ ਭਾਈ ਉਹ ਸਾਨੂੰ ਦੱਸ ਇਤਿਹਾਸ ਗਵਾਇਆ ਜਾਂ ਸਮੇਂ ਦੀ ਕੰਡੀਸ਼ਨ ਦੱਸਦੀ ਹੈ, ਸਭ ਤੋਂ ਮਹਿੰਗੀ ਸੰਸਥਾ ਰੋਮਨ ਕੈਥੋਲਿਕ ਹੈ, ਜਿਹਦੇ ਕੋਲ ਸਭ ਤੋਂ ਜ਼ਿਆਦਾ ਧਨ ਆ, ਪੈਸਾ ਆ, ਸੋਨਾ ਚਾਂਦੀ ਆ, ਸਭ ਕੁਝ ਹੈ। ਔਰ ਲਿਖਿਆ ਕਿ ਉਹ ਬਹੁਤਿਆਂ ਪਾਣੀਆਂ ਉੱਤੇ ਬੈਠੀ ਹੋਈ ਹੈ, ਬਹੁਤਿਆਂ ਪਾਣੀਆਂ ਦੇ ਉੱਤੇ। ਤਾਂ ਕਿ ਬਾਈਬਲ ਨੇ ਦੱਸਿਆ ਨਹੀਂ ਕਿ ਉਹ ਬਹੁਤੇ ਪਾਣੀ ਕੀ ਹੈ? ਉਹ ਰਾਜ ਹਨ
ਕੋਮਾਂ ਹਨ, ਭਾਸ਼ਾਵਾਂ ਹਨ। ਮਤਲਬ ਇਹ ਬਹੁਤੇ ਪਾਣੀਆਂ ਤੇ ਬੈਠੀ ਹੋਈ ਹੈ। ਰੋਮਨ ਕੈਥੋਲਿਕ ਧਰਤੀ ਦੀ ਹਰ ਕੌਮ ਦੇ ਵਿੱਚ ਇਹਦੇ ਚਰਚ, ਹਰ ਜਗ੍ਹਾ ਇਹਦੀ ਸੰਸਥਾ ਹੈ। ਜਗ੍ਹਾ ਜਗ੍ਹਾ ਤੇ ਇਹਨਾਂ ਦੇ ਕਨਵੈਂਟ ਸਕੂਲ ਹੈ ਔਰ ਸਭ ਤੋਂ ਅਮੀਰ ਸੰਸਥਾ ਹੈ। ਪਰ ਬਾਈਬਲ ਨੇ ਇਹਨੂੰ ਕੀ ਕਿਹਾ? ਵੱਡੀ ਕੰਜਰੀ। ਔਰ ਜਦੋਂ ਚੇਲਿਆਂ ਦੁਆਰਾ ਕਲੀਸਿਆ ਖੜੀ ਹੋਈ, ਯਾਨੀ ਪੈਂਟੀਕੋਸਟ ਵਾਲੇ ਦਿਨ, ਕੋਈ ਸੰਸਥਾ ਅੱਜ ਤੱਕ ਨਹੀਂ ਬਣੀ, ਕੋਈ ਮਿਸ਼ਨ ਅੱਜ ਤੱਕ, ਆਰਗੇਨਾਈਜੇਸ਼ਨ ਜਾਂ ਇਹ ਸਭ ਚੀਜ਼ਾਂ ਨਹੀਂ ਸੀਗੇ। ਪਹਿਲੀ ਜੋ ਬਣੀ ਉਹ ਇਹੋ ਹੀ ਸੀਗੀ 325 ਈਸਵੀ ਦੇ ਵਿੱਚ, ਰੋਮਨ ਕੈਥੋਲਿਕ। ਹਾਲੇਲੂਇਆ, ਆਮੀਨ। ਪਹਿਲੀ ਸੰਸਥਾ ਕੌਣ ਹੈ? ਰੋਮਨ ਕੈਥੋਲਿਕ। ਸਮਝ ਲੱਗ ਰਹੀ ਤੁਹਾਨੂੰ? ਰੋਮਨ ਕੈਥੋਲਿਕ। ਕੀ ਤੁਹਾਨੂੰ ਕੋਈ ਪੁੱਛੇ ਤਾਂ ਇਹਦਾ ਜਵਾਬ ਦੇ ਸਕਦੇ ਹੋ? ਕਿੱਦਾਂ? ਕਿ ਉਹ ਬਹੁਤੇ ਪਾਣੀਆਂ ਤੇ ਬੈਠੀ ਹੈ, ਉਹ ਹਾਰ ਸ਼ਿੰਗਾਰ ਸੋਨੇ ਚਾਂਦੀ ਦੇ ਨਾਲ ਜੜੀ ਹੋਈ ਆ, ਹੀਰੇ ਮੋਤੀਆਂ। ਉਹ ਐਸੇ ਦਰਿੰਦੇ ਉੱਤੇ ਸਵਾਰ ਆ ਜਿਹਦੇ 7 ਸਿਰ ਆ, 10 ਸਿੰਘ ਆ। 7 ਸਿਰ ਉਹ 7 ਟਿੱਲੇ ਆ, ਪਹਾੜੀਆਂ ਆ, ਔਰ ਉਹ 10 ਸਿੰਘ 10 ਰਾਜ ਆ ਜਿਹੜੇ ਇਹਦੇ ਨਾਲ ਸਹਿਮਤ ਆ। ਹਾਲੇਲੂਇਆ। ਔਰ ਜਿੰਨੀ ਵੀ ਤੁਸੀਂ ਇਹਦੀਆਂ ਕੁਆਲਿਟੀਆਂ ਪੜੋਗੇ, ਇੱਥੋਂ ਤੱਕ ਨਬੀ ਨੇ ਕਿਹਾ ਰੋਮਨ ਕੈਥੋਲਿਕ ਵੀ ਮੰਨਦੀ ਆ ਕਿ ਇਹ ਸਾਡੇ ਬਾਰੇ, ਉਹਨਾਂ ਦੀਆਂ ਕਿਤਾਬਾਂ 'ਚ ਰਿਕਾਰਡ ਹੈ, ਉਹ ਵੀ ਮੰਨਦੇ ਆ ਕਿ ਅਸੀਂ ਆ। ਹਾਲੇਲੂਇਆ। ਹੁਣ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਇਹ ਵੱਡੀ ਕੰਜਰੀ ਹੈ, ਤੇ ਅਸੀਂ ਉਹਨਾਂ ਲੋਕਾਂ ਨੂੰ ਨਹੀਂ ਕਹਿ ਰਹੇ ਜਿਹੜੇ ਉਸ ਝੁੰਡ 'ਚ ਹੈ। ਆਮੀਨ। ਪਰ ਅਸੀਂ ਉਸ ਸਿਸਟਮ ਨੂੰ ਕਹਿ ਰਹੇ ਆ ਜਿਨੇ ਵਚਨ ਨੂੰ ਛੱਡ ਕੇ ਹੋਰ ਚੀਜ਼ਾਂ ਦੇ ਨਾਲ ਵਿਚਾਰ ਕੀਤਾ ਜਾਂ ਸਹਿਮਤ ਹੋਏ। ਆਮੀਨ। ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ। ਹਾਲੇਲੂਇਆ। ਇਹੀ ਹੈ ਜਿਹੜੀ ਪਹਿਲੀ ਕਲੀਸਿਆ ਸੰਸਥਾਗਤ ਹੋਈ। ਪਰ ਇਹ ਉਸ ਕਲੀਸਿਆ ਸੰਸਥਾਗਤ ਹੋਈ ਜਿਹੜੀ ਬੰਦਿਆਂ ਦੁਆਰਾ ਖੜੀ ਕੀਤੀ ਗਈ। ਪਰਮੇਸ਼ਰ ਦੁਆਰਾ ਖੜੀ ਕੀਤੀ ਹੋਈ ਕਲੀਸਿਆ ਕਦੇ ਸੰਸਥਾ ਨਹੀਂ ਬਣੀ। ਹਾਲੇਲੂਇਆ, ਆਮੀਨ। 54 ਨੰਬਰ ਪੈਰਾ ਮੈਂ ਪੜ੍ਹ ਲੱਗਾ। ਉਹਨੇ ਕਿਹਾ, ਹੁਣ ਧਿਆਨ ਦਿਓ, ਅਸੀਂ ਸਾਰੇ ਇਸ ਦੇ ਨਾਲ ਸਹਿਮਤ ਹੋਵਾਂਗੇ ਅਤੇ ਰੋਮ ਦੀਆਂ ਆਪਣੀਆਂ ਹੀ ਕਿਤਾਬਾਂ, ਕੈਥੋਲਿਕ ਦੀਆਂ ਆਪਣੀਆਂ ਹੀ ਕਿਤਾਬਾਂ ਇਸ ਦੇ ਨਾਲ ਸਹਿਮਤ ਹਨ ਕਿ ਇਹ ਰੋਮਨ ਕੈਥੋਲਿਕ ਕਲੀਸਿਆ ਹੀ ਹੈ। ਉਹਨਾਂ ਦੀਆਂ ਆਪਣੀਆਂ ਹੀ ਕਿਤਾਬਾਂ ਇਸ ਦੇ ਨਾਲ ਸਹਿਮਤ ਹਨ। ਮੇਰੇ ਕੋਲ ਉਹ ਕਿਤਾਬ ਹੈ ਜਿਸ ਨੂੰ ਸਾਡੇ ਵਿਸ਼ਵਾਸ ਦੀਆਂ ਸੱਚਾਈਆਂ ਕਿਹਾ ਜਾਂਦਾ ਹੈ। ਇਹ ਕਿਤਾਬ ਸਿਰਫ ਇੱਕ ਪਾਦਰੀ ਕੋਲ ਹੀ ਹੁੰਦੀ ਹੈ। ਇੱਕ ਕੈਥੋਲਿਕ ਭੈਣ ਮੇਰੇ ਰਾਹੀਂ ਬਦਲੀ, ਜਿਸ ਦਾ ਪੁੱਤਰ ਪਾਦਰੀ ਸੀ, ਅਤੇ ਉਸਨੇ ਮੈਨੂੰ ਇਹ ਕਿਤਾਬ ਦਿੱਤੀ ਸੀ। ਆਮੀਨ। ਅਬਰਾਹਮ ਨੇ ਕਿਹਾ, ਮੇਰੇ ਹੱਥ ਇੱਕ ਕਿਤਾਬ ਲੱਗੀ, ਰੋਮਨ ਕੈਥੋਲਿਕ ਦੀ ਕਿਤਾਬ ਸੀ, ਜਿਸ ਦਾ ਨਾਮ ਸੀਗਾ ਸਾਡੇ ਵਿਸ਼ਵਾਸ ਦੀਆਂ ਸੱਚਾਈਆਂ। ਸਾਡੇ ਵਿਸ਼ਵਾਸ ਦੀਆਂ ਸੱਚਾਈਆਂ। ਔਰ ਇਹ ਇੱਕ ਪਾਦਰੀ ਸੀਗਾ ਰੋਮਨ ਕੈਥੋਲਿਕ ਦਾ, ਉਹਦੀ ਮਾਂ ਨੇ ਮੈਨੂੰ ਇਹ ਕਿਤਾਬ ਦਿੱਤੀ ਸੀ। ਉਹਨਾਂ ਦੀ ਕਿਤਾਬ ਜਦੋਂ ਪੜ੍ਹੀਏ ਤਾਂ ਉਹਨਾਂ ਦੀ ਕਿਤਾਬ ਇਹ ਦੱਸਦੀ ਹੈ ਕਿ ਇਹ ਜੋ ਪ੍ਰਕਾਸ਼ਿਤ ਦੀ ਪੋਥੀ 17 ਅਧਿਆਏ ਦੀ ਵੱਡੀ ਕੰਜਰੀ ਹੈ, ਇਹ ਕੋਈ ਹੋਰ ਨਹੀਂ, ਰੋਮਨ ਕੈਥੋਲਿਕ ਹੀ ਹੈ। ਹਾਲੇਲੂਇਆ, ਆਮੀਨ। ਤਾਂ ਉਸਨੇ ਕਿਹਾ, ਤਾਂ ਉਸਨੇ ਫਿਰ ਉਸ ਦੇ ਨਾਲ ਗਿਰਜੇ ਵਿੱਚ ਗੱਲ ਕੀਤੀ ਅਤੇ ਉਹ ਉਸ ਨੂੰ ਲੈਣ ਵਾਸਤੇ ਆਈ, ਵਾਪਸ ਕਿਤਾਬ ਲੈਣ ਲਈ ਆਈ ਉਹ ਭੈਣ, ਅਤੇ ਮੈਂ ਉਸ ਨੂੰ ਇਹ ਵਾਪਸ ਨਹੀਂ ਦਿੱਤੀ। ਮੈਂ ਇਸ ਨੂੰ ਸਬੂਤ ਦੇ ਤੌਰ ਤੇ ਆਪਣੇ ਕੋਲ ਰੱਖ ਲਿਆ ਹੈ ਤਾਂ ਕਿ ਮੈਂ ਇਹ ਜਾਣ ਸਕਾਂ ਕਿ ਮੈਂ ਕਿਸ ਦੇ ਬਾਰੇ ਗੱਲ ਕਰ ਰਿਹਾ ਹਾਂ। ਜਦੋਂ ਮੈਂ ਕੁਝ ਕਹਿੰਦਾ ਹਾਂ ਤਾਂ ਮੈਨੂੰ ਉਸ ਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਮੈਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾਵੇਗਾ। ਹਾਲੇਲੂਇਆ। ਮਤਲਬ ਇਹ ਕੋਈ ਬਾਈਬਲ ਦੇ ਅੰਦਰ ਜਦ ਵੱਡੀ ਕੰਜਰੀ ਕਿਹਾ ਗਿਆ, ਇਹ ਕੋਈ ਔਰਤ ਨਹੀਂ ਹੈ ਕਿ ਜਾਂ ਤੁਸੀਂ ਇੱਕ ਔਰਤ ਨੂੰ ਲੱਭੋ। ਕਿਹੜੀ ਹੈ ਜਿਹੜੇ ਐਸੇ ਦਰਿੰਦੇ ਤੇ ਔਰਤ ਬੈਠੀ ਹੈ ਜਿਸ ਦਰਿੰਦੇ ਦੇ 7 ਸਿਰ ਹਾਨੀਆਂ, 7 ਸਿੰਘ ਹਾਨੀਆਂ, 10 ਸਿਰ ਆ। ਹਾਲੇਲੂਇਆ, ਆਮੀਨ। ਕਿ ਕੋਈ ਔਰਤ ਏਦਾਂ ਦੇ ਜਾਨਵਰ ਤੇ ਬੈਠੇਗੀ? ਔਰਤਾਂ ਤੇ ਚੂਹੇ ਤੋਂ ਡਰ ਕੇ ਦੌੜ ਜਾਂਦੀਆਂ, ਤਾਂ ਕੀ ਏਦਾਂ ਦੇ ਦਰਿੰਦੇ ਉੱਤੇ ਬੈਠੇਗੀ ਇੱਕ ਔਰਤ? ਨਹੀਂ, ਇਹ ਔਰਤ ਇੱਕ ਕਲੀਸਿਆ ਹੈ। ਇਹ ਉਹ ਕਲੀਸਿਆ ਜਿਹੜੀ ਪਹਿਲੀ ਵਾਰ ਸੰਸਥਾ ਬਣੀ। ਹਾਲੇਲੂਇਆ। ਉਹ ਔਰਤ ਜਿਨੇ ਮਸੀਹ ਦਾ ਵਚਨ ਮੰਨਣ ਵਾਲੇ 6 ਕਰੋੜ 80 ਲੱਖ ਲੋਕਾਂ ਨੂੰ ਮਾਰ ਦਿੱਤਾ।
और वो जिहड़ी इन्नी अमीर बन गई कि पूरी दुनिया ते ओहदा राज है। और यही एडी वड्डी शक्ति बन के उठेगी कि पूरी दुनिया नूं अपने कंट्रोल च लै लेगी। और बाइबल कहती है कि जिन्हां दे नाम ले दे जीवन की किताब च नहीं लिखे वो सारे इहदे नाल सहमत होणगे। आमीन, हालेलुया। और इस कलीसिया नूं चलाउण वाले बंदे, एक कलीसिया एक धर्म है जिन्हों एक आदमी सब सर्वश्रेष्ठ उन्होंने द्वारा खड़ा किया गया आदमी कंट्रोल च लेंदा है और पूरी दुनिया ते रोमन कैथोलिक नूं कंट्रोल करदा है। हालेलुया। और फिर ये पहली संस्था बनी, उस तो बाद जिन्नियां भी मिशनां निकलियां सारियां रोमन कैथोलिक चों निकलियां होईयां है। तां इस करके बाइबल कल्ली कंजरी दा जिक्र नहीं करदी, नाल ओहदियां धीआं दा भी जिक्र करदी है। ये ते मां है। हालेलुया, आमीन। इस करके इन्हां दे उत्ते कदे भी वचन राज नहीं करदा, इहदे उत्ते बंदे राज करदे आ, दिमाग राज करदा है। पर परमेश्वर दी असली कलीसिया उत्ते कदे भी कोई आदमी शासक नहीं हुंदा। असली जिहड़ी कलीसिया हुंदी है कि बंदे दे कंट्रोल च नहीं चलदी। असली कलीसिया दा राजा सदा ही खुद पवित्र आत्मा आप हुंदा है। और असली कलीसिया यो है जिन्नू परमेश्वर चलावे आप खुद आप। रोमन कैथोलिक नूं परमेश्वर नहीं चलांदा। वे जे परमेश्वर चलांदा हुंदा किद्दां मोमबत्तियां जलांदे, किद्दां मूर्तियां बनांदे, किद्दां छिट्टे दिंदे, किद्दां बच्चियां नूं बपतिस्मा दिंदे, किद्दां पैसे लैके किसी नूं स्वर्ग च भेजदे या नरक चों कढदे। ये बंदियां दे दिमाग नाल चलाई गई कलीसिया है। और मैं अज तुहानूं पुछदा कि तुसीं विश्वास करदे हो कि असली कलीसिया बंदे दे दिमाग नाल नहीं चलदी? असली कलीसिया वो हुंदी है जिहड़े जिन्नू पवित्र आत्मा चलांदा है। हालेलुया। तुहानूं याद है इस्राएल नूं चलाउण दे लई परमेश्वर ने सैमुएल नबी दिता सीगा। परमेश्वर ने कदे भी ये नहीं चाहा कि कोई बंदा उन्हां दा राजा होए ते वो इस्राएल नूं चलाए, उन्हें नबी दिता है। और नबी वो सीगा जिहदे कोल यहोवा इउं फरमाउंदा वाला वचन आंदा सी और इउं फरमाउंदा वाला वचन ही नबी अगे रखदा सीगा। इहदा मतलब कि कलीसिया नूं बंदा नहीं दिता गया चलाउण दे लई, कलीसिया नूं चलाउण दे लई वचन दिता गया, आत्मा दिता गया। पर ये देखते हैं कि उन्होंने सैमुएल नूं रिजेक्ट कर दिता। उन्होंने कहा सैमुएल सानू भी एक राजा दे, एक आदमी दे जिहड़ा साडे उत्ते राज करे। और जदों कलीसिया पवित्र आत्मा की अगवाई नूं ठुकरा के एक आदमी की अगवाई मंगदी है तां इह कलीसिया फेल होण दे राह उत्ते है। क्योंकि कलीसिया है ही वही, बाइबल कहती जिन्ने परमेश्वर दे पुत्र हन वो परमेश्वर दे आत्मा दे चलाए चलदे हन। अज तुसीं अगर कहो कि सानू वचन नहीं चाहिए या पवित्र आत्मा की दसदा सानू वो नहीं चाहिए, सानू साडा पास्टर चाहिए है, तां तुसीं फेल होण दी कगार ते पहुंच जाओगे। क्योंकि कदे कोई बंदा कलीसिया नूं लीड करन लई नहीं दिता गया, कलीसिया नूं लीड करन लई पवित्र आत्मा दिता गया है। तुसीं समझ रहे हो मैं की कह रहा है? मेरा मतलब कलीसिया दा हेड कौन है? पवित्र आत्मा खुदा। पर जिन्नियां संस्थावां देख रहे हैं जिन्होंने बंदे लीड करते हैं, क्योंकि बंदे क्यों कह रहे बंदे लीड करते हैं? इत्थों तक लीड करते हैं कि वो कहते अगर उन्होंने सामने तुसीं वचन की गल रखो वो कहणगे कि असीं नहीं मानते क्योंकि साडा आगू इदां कहंदा है। मेरा मतलब कलीसिया किहदे चलाए चलन दी? आगू दे, आदमी दे, वचन दे नहीं। हालेलुया, आमीन। प्रभु दे नाम नूं वडियाई मिले। पर बबरानम ने कहा परमेश्वर दी कलीसिया आजाद है। परमेश्वर दी कलीसिया चार दीवारियां विच बजी हुई नहीं है, क्योंकि एक समुंदर तो दूसरे समुंदर तक ये सब परमेश्वर दा है। धरती दी सारी मनुखी होंद उसदी है। हालेलुया, आमीन। चाहे वो कैथोलिक या प्रोटेस्टेंट या कोई भी होवे, परमेश्वर उन्हां ईमानदार हिरदियां दी भाल करदा है अते असीं निश्चय राही बचाए गए हां। उस दे उत्ते निश्चय करन नाल इहो ही कलीसिया है। अरे तुसीं वेखो कलीसिया कोई जथेबंदी नहीं है, परमेश्वर अपने लोकां ते राज करदा है। जे ओहदे लोक रोमन कैथोलिक च आ, पेंटिकोस्टलां च आ, बैपटिस्ट च आ, मैथोडिस्ट च आ, किते भी है, परमेश्वर उन्हां नूं बाहर कढदा है अपने वचन दे नाल। उन्हां उत्ते ओह राज करदा है। हालेलुया,
आमीन। इसलिए उसने कहा, इसलिए सचमुच नवे सब सिरे तो जम्मिया होया एक सच्चा मसीही लगभग एक परदेसी ही हुंदा है, क्योंकि वो इन्हां सारियां ही मनुखी योजनावां चों बाहर कढ लिया गया हुंदा है। वो मनुखी गुलामी चों, मनुखी अधीनताई चों बाहर कढ लिया गया हुंदा है। बड़े ध्यान नाल सुनो, हालेलुया। वो कह रहा है कि और नवे सिरे तो जम्मिया होया एक सच्चा मसीह लगभग एक परदेसी ही हुंदा है। तन पता परदेसी का मतलब की हुंदा है? जिहड़ा है किसी होर जगह दा आ पर आया किते हो रहा, पर वो वापस उत्थे जा रहा जिथों दा वो है, परदेसी हुंदा है। एक नवा जन्म पाया होया मसीही एक परदेसी हुंदा है। हालेलुया। संसार दियां नजरां विच ओ खाना बदोश हुंदा है, पर परमेश्वर दी नजर विच ओ बहुमुल्ला हुंदा है। हालेलुया, आमीन। उन्हें कहा, काश की साडे कोल इब्रानियां दे 11 बाब उत्ते ध्यान करन दा समा हुंदा अते निश्चा दे उन्हां सूरबीरां नूं वेख सकदे कि ओह किवें सन, किस तरह अब्राहम निकल तुरिया अते उसने अपने आप नूं अजनबी अते परदेसी आख्या। उसने कहा कि यह संसार उसका घर सी, पर वह उस नगर दी भाल विच सी जिसका रचनहारा ते बनाउण वाला परमेश्वर है। एक सच्चा नवे सिरे जन्म पाया होया विश्वासी परदेसी हुंदा है। अब्राहम दे कोल भी एक देश सीगा, पर फिर भी उन्हें कहा, बाइबल कहती है कि ऐसी नगर दी भाल विच सीगा जिहदा बनाउण वाला ते रचण वाला परमेश्वर है। कि अज साडे को घर नहीं, मैनूं डर रहा है कि लोग खुंज ना जाण जो मैं प्रचार कर रहा है, कि अज साडे को घर नहीं पर फिर भी असीं घर दी भाल च हैं। कि अज साडे को देश नहीं पर असीं फिर भी दूजे देश दी भाल विच हैं। कि अज साडे को राजा नहीं हैगा है, पर फिर भी असीं एक होर राजे दी भाल विच हैं। साडे कोल घरां च विश्राम करन दी जगह है, पर फिर भी असीं किसी दूसरे विश्राम दी उड़ीक कर रहे हैं। यह हर नवा जन्म पाए हुए विश्वासी दे लई है। हालेलुया। नबी ने कहा, ते जेकर असीं मसीह विच मरे हुए हां तां असीं अब्राहम दी संतान बन जांदे हां अते वायदे राहीं उस दे नाल वारिस बन जांदे हां। अते इह सानूं की बनाउण दिंदा है? ओपरे अते परदेसी। अब्राहम दी संतान होना सानूं ओपरे ते परदेसी बनांदा है। आमीन। जदों इसराइल मिस्र विचों बाहर निकल के आया, उथे एक वड्डा जथेबंदक देश मोआब सी, उथे एसाऊ भी सी, एक वड्डा जथेबंदक देश, अते उथे इस्राएल सी जेड़ा जथेबंदक नहीं सी। वो इकल्ला ही तुरिया आ रहा सी। बुनियादी तौर नाल वो दोवें ही वचन सन। याद रखो, बिलियाम ने भी 7 जगवेदियां उत्ते ओही भेटां चढ़ाइयां सन जिहड़ियां इस्राएल ने चढ़ाइयां सन। परमेश्वर दी मंग 7 शुद्ध भेटां, 7 भेडू एक धर्मी दे आउण दे बारे दसदे हन। बुनियादी तौर ते कहा जावे तां दोवें ही मूल रूप नाल ठीक सन, पर बिलियाम की वेखण विच खुंज गया सी? ओ इस्राएल विच उस अलौकिक नूं वेखण विच खुंज गया सी। पिछे बह जाओ, उत्थे बह जाओ, उत्थे की तुसीं सुन रहे हो? एक जो ओपरा ते परदेसी देश सीगा इस्राएल, वो यात्रा ची, उस सफर ची। दूसरे पासे होर भी राह च टकरे जेड़े उन्हां वर्गे दिखाई दे रहे सीगे, जिद्दां बलाम सीगा। उन्हें भी बिल्कुल उदा ही भेटां चढ़ाइयां, ओही चढ़ाइयां, उन्नियां चढ़ाइयां जिन्ने इसराइली चढ़ांदे हैं। हालेलुया। पर इस्राएल इन्ना ते ओपरा सीगा, बबरानम कह रहा बिलियाम की वेखण तो खुंजिया। उन्हें क्या बिलियाम इस्राएल च उस अलौकिक नूं वेखण तो खुंजिया। आमीन। बिलियाम इस्राएल च उस सुपरनैचुरल, उस अलौकिक नूं वेखण तो खुंज गया, क्योंकि इस्राएल च एक अलौकिक काम कर रहा सी। इस्राएल च क्यों अलौकिक काम कर रहा सी? क्योंकि इस्राएल हुण परमेश्वर दी कलीसिया सी। वो क्यों परमेश्वर दी कलीसिया सी? क्योंकि वो बाहर बुला ले गए सी।
ਹੁਣ ਓਪਰੇ ਤੇ ਪਰਦੇਸੀ ਸਨ ਤੇ ਇਹਨਾਂ ਓਪਰੇ ਦੇ ਪਰਦੇਸੀਆਂ 'ਚ ਅਲੌਕਿਕ ਕੰਮ ਕਰਦਾ ਹੈ। ਦੂਜੇ ਉਸ ਅਲੌਕਿਕ ਨੂੰ ਦੇਖਣ ਤੋਂ ਖੁੰਝ ਰਹੇ ਸੀਗੇ। ਅੱਜ ਵੀ ਕੋਈ ਇਸਰਾਏਲ ਹੈ ਜਿਹੜਾ ਮਿਸਰ ਚੋਂ ਬਾਹਰ ਕੱਢਿਆ ਗਿਆ ਹੈ। ਅੱਜ ਵੀ ਕੋਈ ਓਪਰੇ ਤੇ ਪਰਦੇਸੀ ਬਣਾ ਲਏ ਗਏ ਹਨ, ਪਰ ਅੱਜ ਵੀ ਕੋਈ ਅਲੌਕਿਕ ਉਹਨਾਂ ਓਪਰਿਆਂ ਤੇ ਪਰਦੇਸੀਆਂ 'ਚ ਕੰਮ ਕਰ ਰਿਹਾ ਹੈ। ਹਾਲੇਲੂਇਆ, ਆਮੀਨ। ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ। ਹਾਲੇਲੂਇਆ। ਇਹ ਉਹ ਕਲੀਸਿਆ ਸੀ ਜਿਹਦੇ ਅੰਦਰ ਸੁਪਰਨੈਚੁਰਲ ਸੀਗਾ, ਅਲੌਕਿਕ ਸੀ ਇਹਨਾਂ ਓਪਰੇ ਤੇ ਪਰਦੇਸੀਆਂ ਦੇ ਵਿੱਚ। ਆਮੀਨ, ਹਾਲੇਲੂਇਆ। ਨਬੀ ਨੇ ਕਿਹਾ ਜੇ ਤੁਸੀਂ ਇੱਕ ਮਸੀਹੀ ਹੋ ਤਾਂ ਤੁਸੀਂ ਨਵੇਂ ਸਿਰੇ ਤੋਂ ਜਨਮ ਪਾਏ ਹੋਏ ਪ੍ਰਾਣੀ ਹੋ। ਤੁਸੀਂ ਪਰਮੇਸ਼ਵਰ ਦੇ ਅਧਿਆਤਮਿਕ ਸਮਰਾਜ ਵਿੱਚ ਹੋ। ਤੁਹਾਡੀਆਂ ਅੱਖਾਂ ਇਸ ਸੰਸਾਰ ਦੀਆਂ ਵਸਤਾਂ ਉੱਤੇ ਨਹੀਂ ਲੱਗੀਆਂ ਹੋਈਆਂ ਹਨ, ਪਰ ਉੱਪਰਲੀਆਂ ਵਸਤਾਂ ਉੱਤੇ ਲੱਗੀਆਂ ਹੋਈਆਂ ਹਨ। ਅਤੇ ਇਹੀ ਹੈ ਜਦੋਂ ਤੁਸੀਂ ਕਲੀਸਿਆ ਵਿੱਚ ਹੁੰਦੇ ਹੋ। ਇਹੀ ਹੈ ਕਲੀਸਿਆ। ਇਹ ਕੋਈ ਜਥੇਬੰਦੀ ਨਹੀਂ ਹੈ। ਇਹ ਕਦੇ ਵੀ ਇੱਕ ਜਥੇਬੰਦੀ ਨਹੀਂ ਹੋ ਸਕਦੀ। ਮੈਨੂੰ ਨੋਟ ਕਰ ਲਵੋ, ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਕਦੇ ਵੀ ਕਿਸੇ ਤਰ੍ਹਾਂ ਦਾ ਕੋਈ ਝੁੰਡ ਨਹੀਂ ਬਣ ਸਕਦੀ। ਇਹ ਇੱਕ ਜਥੇਬੰਦੀ ਨਹੀਂ ਹੋ ਸਕਦੀ। ਇਸ ਨੇ ਤਾਂ ਪਵਿੱਤਰ ਆਤਮਾ ਵਾਲੀ ਅਧਿਆਤਮਿਕ ਦੇਹ ਰਹਿਣਾ ਹੈ। ਹਾਲੇਲੂਇਆ। ਕਲੀਸਿਆ ਤਾਂ ਪਰਮੇਸ਼ਵਰ ਦੀ ਆਤਮਿਕ ਦੇਹ ਹੁੰਦੀ ਹੈ। ਇਹ ਤੇ ਓਪਰੇ ਤੇ ਪਰਦੇਸੀ ਹੁੰਦੇ ਆ। ਕਲੀਸਿਆ ਸੰਸਥਾ ਨਹੀਂ ਹੁੰਦੀ। ਕਲੀਸਿਆ ਉਹ ਹੁੰਦੀ ਹੈ ਜਿਹਦੇ ਮੈਂਬਰ ਪਰਦੇਸੀ ਬਣੇ ਹੋਏ ਹੋਣ। ਆਮੀਨ, ਹਾਲੇਲੂਇਆ। ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ। ਆਮੀਨ। ਤਾਂ ਕੀ ਤੁਹਾਨੂੰ ਮੈਂ ਪੁੱਛਦਾ ਹਾਂ, ਤੁਸੀਂ ਜਿਹੜੇ ਆਪਣੇ ਆਪ ਨੂੰ ਕਲੀਸਿਆ ਸਮਝਦੇ ਹੋ, ਕੀ ਤੁਸੀਂ ਧਰਤੀ ਤੇ ਓਪਰਾ ਤੇ ਪਰਦੇਸੀ ਜੀਵਨ ਜੀ ਰਹੇ ਹੋ? ਕੀ ਤੁਹਾਡੀਆਂ ਅੱਖਾਂ ਵੀ ਇਸ ਸੰਸਾਰ ਤੋਂ ਹਟ ਕੇ ਉੱਪਰਲੀਆਂ ਵਸਤਾਵਾਂ ਲੱਗੀਆਂ ਹੋਈਆਂ ਹਨ? ਕਿ ਤੁਸੀਂ ਵੀ ਇੱਕ ਐਸੇ ਦੇਸ਼ ਦੀ ਭਾਲ ਵਿੱਚ ਹੋ ਜਿਹਦਾ ਰਚਨਹਾਰਾ ਪਰਮੇਸ਼ਵਰ ਖੁਦ ਆਪ ਹੈ? ਕਿ ਤੁਹਾਡਾ ਵੀ ਧਿਆਨ ਯਹੋਸ਼ੂਆ ਕਲੇਬ ਵਾਂਗੂ ਦੂਸਰੇ ਪਾਸੇ ਲੱਗਿਆ ਹੋਇਆ ਹੈ? ਇਹ ਹੁਣੇ ਗੱਲ ਕਰ ਰਹੇ ਸੀਗੇ ਕਿ ਉਸ ਧਰਤੀ ਉੱਤੇ ਮੰਨਾ ਡਿੱਗਿਆ, ਲੋਕਾਂ ਨੇ ਮੰਨਾ ਖਾਧਾ, ਪਰ ਪਰਮੇਸ਼ਵਰ ਉਹਨਾਂ ਨੂੰ ਦੁੱਧ ਤੇ ਸ਼ਹਿਦ ਵੀ ਦੇਣਾ ਚਾਹੁੰਦਾ ਹੈ। ਪਰ ਬਹੁਤ ਸਾਰੇ ਐਸੇ ਸੀਗੇ ਜਿਹੜੇ ਮੰਨਾ ਖਾ ਕੇ ਨਾਸ਼ ਹੋ ਗਏ, ਉਹ ਦੁੱਧ ਤੇ ਸ਼ਹਿਦ ਤੱਕ ਨਹੀਂ ਪਹੁੰਚ ਸਕੇ। ਹਾਲੇਲੂਇਆ। ਕਲੀਸਿਆ ਤਾਂ ਉਹ ਆ ਜਿਹੜੇ ਸੰਸਥਾ ਨਹੀਂ ਬਣੇ। ਸੰਸਥਾ ਦਾ ਮਤਲਬ ਹੈ ਇੱਕ ਠਹਿਰਿਆ ਹੋਇਆ ਜੀਵਨ। ਔਰ ਕਈ ਵਾਰੀ ਜ਼ਰੂਰੀ ਨਹੀਂ ਕਿ ਕੋਈ ਮਿਸ਼ਨ ਹੁੰਦੀ, ਕੋਈ ਚਰਚ ਹੁੰਦਾ ਉਹ ਸੰਸਥਾ ਬਣਦੇ ਆ। ਬਾਬਾ ਬ੍ਰਾਹਨਮ ਨੇ ਕਿਹਾ 2 ਜਾਣੇ ਮਿਲ ਕੇ ਵੀ ਸੰਸਥਾ ਬਣ ਜਾਂਦੇ ਆ। ਜੇ ਤੁਹਾਡਾ ਜੀਵਨ ਉੱਥੇ ਹੀ ਠਹਿਰ ਗਿਆ, ਸੰਸਥਾ ਦਾ ਮਤਲਬ ਕੀ ਹੈ? ਜਦੋਂ ਲੂਥਰ ਦੇ ਕੋਲ ਧਰਮੀ ਠਹਿਰਾਏ ਜਾਣ ਦਾ ਸੰਦੇਸ਼ ਆਇਆ, ਆਮੀਨ, ਉਸ ਧਰਮੀ ਠਹਿਰਾਏ ਜਾਣ ਦੀ ਪੁਕਾਰ ਦੇ ਨਾਲ ਲੋਕ ਬਾਹਰ ਨਿਕਲੇ, ਵਿਸ਼ਵਾਸ ਨਾਲ ਧਰਮੀ ਠਹਿਰਾਏ ਗਏ। ਪਰ ਇਸ ਤੋਂ ਬਾਅਦ ਅਗਲਾ ਸੰਦੇਸ਼ ਸੀਗਾ ਪਵਿੱਤਰੀਕਰਨ ਦਾ। ਪਰ ਲੋਕਾਂ ਨੇ ਪਵਿੱਤਰੀਕਰਨ ਦੀ ਆਵਾਜ਼ ਨੂੰ ਨਾ ਪਛਾਣਿਆ, ਉਹ ਧਰਮੀ ਠਹਿਰਾਏ ਜਾਣ ਦੇ ਉੱਤੇ ਹੀ ਟਿਕ ਗਏ, ਤਾਂ ਉਹ ਸੰਸਥਾ ਬਣ ਗਏ। ਤਾਂ ਉਹ ਚਰਚ 'ਚ ਵੀ ਸੰਸਥਾਵਾਂ ਬਣਦੀਆਂ, ਕਿਉਂਕਿ ਜਿਹੜੇ ਲੋਕ ਬਪਤਿਸਮੇ ਤੱਕ ਹੀ ਅੜ ਗਏ ਉਹ ਸੰਸਥਾ ਬਣ ਗਏ ਉੱਥੇ ਹੀ। ਹਾਲੇਲੂਇਆ। ਪਰ ਕਲੀਸਿਆ ਤੇ ਉਹ ਹੈ ਜਿਹੜੀ ਹਮੇਸ਼ਾ ਹੀ ਗਾਂਹ ਵੱਧਦੀ ਹੈ, ਜਿਹੜੀ ਸਦਾ ਹੀ ਅੱਗੇ ਨੂੰ ਚੱਲਦੀ ਹੈ, ਜਿਹੜੀ ਕਿਤੇ ਪਹੁੰਚਦੀ, ਜਿਹੜੀ ਸਫ਼ਰ ਤੈਅ ਕਰਦੀ ਹੈ। ਜੇ ਤੁਸੀਂ ਉੱਥੇ ਦੇ ਉੱਥੇ ਹੀ ਹੋ ਤਾਂ ਤੁਸੀਂ ਵੀ ਸੰਸਥਾ ਵਾਲੇ ਆਤਮਾ ਦੇ ਥੱਲੇ ਹੋ। ਸੰਸਥਾ ਬਣਨ ਲਈ ਜ਼ਰੂਰੀ ਨਹੀਂ ਕਿ ਤੁਹਾਨੂੰ ਕੋਈ ਵੱਖਰਾ ਸਰਟੀਫਿਕੇਟ ਲੈਣਾ ਪੈਂਦਾ ਹੈ। ਜੇ ਜੀਵਨ ਤੁਹਾਡਾ ਕਿਤੇ ਰੁਕ ਗਿਆ ਤੁਸੀਂ ਵੀ ਸੰਸਥਾ ਹੈ, ਕਿਉਂਕਿ ਮਸੀਹ ਜੀਵਨ ਲਗਾਤਾਰ ਜਾਰੀ ਰਹਿਣ ਵਾਲਾ ਜੀਵਨ ਹੈ। ਕਿੰਨੇ ਭਾਈ ਆਮੀਨ ਕਹਿ ਸਕਦੇ ਆ? ਹਾਲੇਲੂਇਆ, ਪ੍ਰੇਜ਼ ਗॉड, ਆਮੀਨ। ਪਰਮੇਸ਼ਵਰ ਦੀ ਕਲੀਸਿਆ ਕਦੇ ਵੀ ਸੰਸਥਾ ਨਹੀਂ ਹੁੰਦੀ, ਉਹ ਕਦੇ ਰੁਕਦੇ ਨਹੀਂ ਆ। ਉਹ ਤੇ ਓਪਰੇ ਤੇ ਪਰਦੇਸੀ ਹੁੰਦੇ ਆ, ਉਹ ਤੇ ਪ੍ਰਭੂ ਵੱਲੋਂ ਠਹਿਰਾਏ ਹੋਏ ਹੁੰਦੇ ਆ। ਹਾਲੇਲੂਇਆ। ਪਰ ਜਿੱਦਾਂ ਹੀ ਦੇਖ ਰਹੇ ਆ ਕਿ ਰੋਮਨ ਕੈਥੋਲਿਕ ਪਹਿਲੀ ਉਹ ਸੰਸਥਾ, ਫਿਰ ਉਸ ਤੋਂ ਬਾਅਦ ਉਹਦੀਆਂ ਧੀਆਂ ਨਿਕਲੀਆਂ ਇੰਨੀਆਂ, ਅੱਜ ਇੰਨੀਆਂ ਕਿ 40,000 ਤੋਂ ਵੱਧ ਕੇ ਮਿਸ਼ਨਾਂ ਬਣ ਗਈਆਂ। ਪਰ ਇਹ ਸੰਦੇਸ਼ ਬਾਬਾ ਬ੍ਰਾਹਨਮ ਨੇ ਕਿਹਾ ਕਦੀ ਸੰਸਥਾ ਨਹੀਂ ਬਣੇਗਾ।
ਇਹ ਸੰਦੇਸ਼ ਕਦੇ ਸੰਸਥਾ ਨਹੀਂ ਬਣੇਗਾ। ਹਾਂ, ਇਹ ਸੱਚ ਹੈ ਕਿ ਇਸ ਸੰਦੇਸ਼ 'ਚ ਆ ਕੇ ਲੋਕ ਸੰਸਥਾਗਤ ਹੋ ਜਾਣ, ਉਹਨਾਂ ਦੇ ਜੀਵਨ ਠਹਿਰ ਜਾਣ। ਉਹ ਇਸ ਲਈ ਠਹਿਰਨਗੇ, ਇਹ ਨਹੀਂ ਕਿ ਇਸ ਸੰਦੇਸ਼ ਨੇ ਉਹਨਾਂ ਨੂੰ ਠਹਿਰਾ ਦਿੱਤਾ, ਨਹੀਂ। ਉਹ ਇਸ ਸੰਦੇਸ਼ ਨਾਲ ਲਗਾਤਾਰ ਨਹੀਂ ਚੱਲ ਸਕੇ, ਇਸ ਲਈ ਉਹ ਸੰਸਥਾ ਬਣ ਗਏ। ਪਰ ਇਹ ਸੰਦੇਸ਼ ਕਦੇ ਸੰਸਥਾਗਤ ਨਹੀਂ ਹੋਏਗਾ, ਤੇ ਜਿਹੜੇ ਸੰਦੇਸ਼ ਦੇ ਨਾਲ ਨਾਲ ਚੱਲਦੇ ਰਹਿਣਗੇ ਉਹ ਵੀ ਕਦੇ ਸੰਸਥਾਗਤ ਨਹੀਂ ਹੋਣਗੇ। ਆਮੇਨ। ਹੁਣ ਪਰਮੇਸ਼ਵਰ ਦੇ ਚੁਣੇ ਹੋਏ ਲੋਕ, ਜਿੱਦਾਂ ਅਸੀਂ ਵੀ ਸੰਸਥਾਵਾਂ ਦੇ ਵਿੱਚ ਸੀ, ਸਾਡੇ ਵਿੱਚੋਂ ਕੋਈ ਰੋਮਨ ਕੈਥੋਲਿਕ ਚ ਸੀਗਾ, ਸਾਡੇ ਵਿੱਚੋਂ ਕੋਈ ਪੈਂਟੀਕੋਸਟਲਾਂ ਚ, ਸਾਡੇ ਵਿੱਚੋਂ ਕੋਈ ਮੁਕਤੀ ਫੌਜ ਚ, ਕੋਈ ਬੈਪਟਿਸਟ ਸੀਗਾ, ਕੋਈ ਪ੍ਰੈਸਬਾਈਟੇਰੀਅਨ ਸੀ, ਕੋਈ ਮੈਥੋਡਿਸਟ ਸੀਗਾ, ਕੋਈ ਆਈਪੀਸੀ, ਕੋਈ ਸੀਐਨਆਈ, ਕੋਈ ਕਿਤਨਾ ਕਿਤੇ ਸੀ। ਹਾਲੇਲੂਇਆ। ਪਰ ਜੇ ਅਸੀਂ ਚੁਣੇ ਹੋਏ ਸੀਗੇ ਤਾਂ ਪਰਮੇਸ਼ਵਰ ਦੀ ਆਵਾਜ਼ ਨੇ ਸਾਨੂੰ ਬਾਹਰ ਕੱਢ ਲਿਆ, ਸਾਨੂੰ ਉਸ ਸੰਸਥਾ ਚ ਨਹੀਂ ਰਹਿਣ ਦਿੱਤਾ। ਅੱਜ ਵੀ ਹੁਣ ਵੀ ਜਿਹੜੇ ਪਰਮੇਸ਼ਵਰ ਦੇ ਚੁਣੇ ਹੋਏ ਲੋਕ ਇਹਨਾਂ ਗਰੁੱਪਾਂ ਸੰਸਥਾਵਾਂ ਦੇ ਵਿੱਚ ਹਨ, ਪਰਮੇਸ਼ਵਰ ਆਪਣੀ ਪੁਕਾਰ ਦੇ ਨਾਲ ਉਹਨਾਂ ਨੂੰ ਬਾਹਰ ਕੱਢੇਗਾ। ਜਾਤੀ ਪ੍ਰਕਾਸ਼ ਦੀ ਪੋਥੀ 18:4 ਪੜ੍ਹਦੇ ਹੋ, ਉੱਥੇ ਲਿਖਿਆ, ਮੈਂ ਇੱਕ ਹੋਰ ਆਵਾਜ਼ ਆਕਾਸ਼ੋਂ ਇਹ ਆਖਦੇ ਸੁਣੀ, ਹੇ ਮੇਰੀ ਪ੍ਰਜਾ ਉਹਦੇ ਵਿੱਚੋਂ ਨਿਕਲ ਆਓ, ਮਤੇ ਤੁਸੀਂ ਉਹਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹਦੀਆਂ ਬਵਾਂ ਦੇ ਸਾਜੀ ਹੋਵੋ। ਹੇ ਮੇਰੀ ਪ੍ਰਜਾ ਉਹਦੇ ਵਿੱਚੋਂ ਨਿਕਲ ਆਓ। ਉਹਦੇ ਵਿੱਚੋਂ ਕਿਹਦੇ ਵਿੱਚੋਂ? ਕਿਹਦੇ ਵਿੱਚੋਂ? ਅਗਰ ਤੁਸੀਂ ਇਸ ਇੰਗਲਿਸ਼ ਚ ਇਸ ਆਇਤ ਨੂੰ ਪੜੋ ਤਾਂ ਇੱਥੇ ਲਿਖਿਆ, ਐਂਡ ਆਈ ਹਰਡ ਅਨਦਰ ਵੌਇਸ ਫਰੋਮ ਹੈਵਨ ਸੇਇੰਗ, ਕਮ ਆਊਟ ਆਫ ਹਰ। ਕਮ ਆਊਟ ਆਫ ਹਰ। ਹਰ ਕਿਹਦੇ ਲਈ ਯੂਜ਼ ਹੁੰਦਾ ਆ? ਸ਼ੀ ਦੇ ਲਈ। ਸ਼ੀ ਕੌਣ ਹੁੰਦੀ ਹੈ? ਇੱਕ ਔਰਤ। ਇਹਦਾ ਮਤਲਬ ਇਹ ਪੁਕਾਰ ਕਾਦੀ ਹੈ? ਕਮ ਆਊਟ ਆਫ ਹਰ, ਉਸ ਔਰਤ ਚੋਂ, ਯਾਨੀ ਉਸ ਕਲੀਸਿਆ ਚ ਬਾਹਰ ਨਿਕਲ ਆਓ। ਹਾਲੇਲੂਇਆ, ਆਮੀਨ। ਪ੍ਰਭੂ ਦੇ ਨਾਮ ਨੂੰ ਵਡਿਆਈ ਮਿਲੇ। ਤਾਂ ਤੁਹਾਨੂੰ ਪਤਾ ਕਿ ਛੁਟਕਾਰੇ ਦਾ ਮਤਲਬ ਕੀ ਹੈ? ਬਾਬਾ ਨਾਨਕ ਨੇ ਕਿਹਾ ਛੁਟਕਾਰੇ ਦਾ ਮਤਲਬ ਹੈ ਬਾਹਰ ਨਿਕਲਣਾ, ਔਰ ਦੂਸਰਾ ਆ ਅੰਦਰ ਪ੍ਰਵੇਸ਼ ਕਰਨਾ। ਜੇ ਤੁਸੀਂ ਉਸ ਕਲੀਸਿਆ ਚ ਜੋ ਸੰਸਥਾ ਸੀ ਬਾਹਰ ਨਿਕਲ ਆਏ ਹੋ, ਤਾਂ ਹੁਣ ਤੁਹਾਡਾ ਜੀਵਨ ਕਦੇ ਸੰਸਥਾ ਵਾਲਾ ਨਹੀਂ ਹੋਣਾ ਚਾਹੀਦਾ। ਹੁਣ ਤੁਹਾਡਾ ਜੀਵਨ ਕਦੇ ਰੁਕਿਆ ਹੋਇਆ ਜੀਵਨ ਨਹੀਂ ਹੋਣਾ ਚਾਹੀਦਾ। ਹੁਣ ਤੇ ਤੁਹਾਡਾ ਜੀਵਨ ਇੱਕ ਬਹਾਵ ਵਾਲਾ ਹੋਣਾ ਚਾਹੀਦਾ ਹੈ ਜੋ ਲਗਾਤਾਰ ਜਾਰੀ ਰਹਿ ਸਕੇ। ਇਸ ਲਈ ਪਰਮੇਸ਼ਵਰ ਦੀ ਸੱਚੀ ਕਲੀਸਿਆ ਕੀ ਹੈ? ਜਿਹੜੀ ਕਦੇ ਵੀ ਸੰਸਥਾ ਨਹੀਂ, ਪਰਮੇਸ਼ਵਰ ਦੀ ਆਪਣੀ ਕਲੀਸਿਆ। ਹਾਲੇਲੂਇਆ। ਜਿਹੜੀ ਵਚਨ ਦੇ ਦੁਆਰਾ ਅੱਗੇ ਚੱਲਦੀ ਹੈ, ਉਹ ਕਦੇ ਸੰਸਥਾ ਨਹੀਂ ਹੁੰਦੀ। ਆਮੇਨ। ਉਹ ਕਦੇ ਕਿਸੇ ਗੱਲ ਉੱਤੇ ਰੁਕਦੀ ਨਹੀਂ, ਉਹ ਵਚਨ ਦੀ ਅਗਵਾਈ ਚ ਚੱਲਦੀ ਹੈ। ਪ੍ਰਭੂ ਦੇ ਨਾਮ ਨੂੰ ਮਹਿਮਾ ਮਿਲੇ। ਦੂਸਰਾ ਪੁਆਇੰਟ ਹੈ, ਇਹਨੂੰ ਸਥਾਪਿਤ ਕਿਹਨੇ ਕੀਤਾ? ਸੁਣੋਗੇ ਥੋੜੀ ਦੇਰ, ਸਿਰਫ 15 ਮਿੰਟ ਹੋਰ, ਉਸ ਤੋਂ ਬਾਅਦ ਅਸੀਂ ਬੰਦ ਕਰ ਦਿਆਂਗੇ। ਇਹਨੂੰ ਸਥਾਪਿਤ ਕਿਹਨੇ ਕੀਤਾ? ਹਾਲੇਲੂਇਆ। ਕਿਉਂਕਿ ਇਹ ਜਾਣਨਾ ਬੜਾ ਹੀ ਜ਼ਰੂਰੀ ਹੈ, ਜਾਂ ਇਹ ਬੜਾ ਮਹੱਤਵ ਰੱਖਦਾ ਹੈ ਵੀ ਇਸ ਕਲੀਸਿਆ ਦੀ ਸ਼ੁਰੂਆਤ ਕਿਹਨੇ ਕੀਤੀ। ਕਿਉਂਕਿ ਸ਼ੁਰੂਆਤ ਕਿਹਦੇ ਦੁਆਰਾ ਹੋਈ, ਇਹੀ ਤੈਅ ਹੋਏਗਾ ਕਿ ਇਹਦਾ ਐਂਡ ਕੀ ਹੋਏਗਾ। ਕਿੰਨੇ ਸ਼ੁਰੂ ਕੀਤਾ, ਕਿਸ ਉਦੇਸ਼ ਨਾਲ ਸ਼ੁਰੂ ਕੀਤਾ, ਕਿਉਂ ਕੀਤਾ, ਕਿੱਦਾਂ ਕੀਤਾ। ਕਿਉਂਕਿ ਇਹੀ ਤੈਅ ਕਰੇਗਾ ਕਿ ਐਂਡ ਕਿੱਦਾਂ ਹੋਏਗਾ। ਆਮੀਨ। ਤੁਹਾਨੂੰ ਯਾਦ ਹੈ ਕਿ ਇੱਕ ਗਰੁੱਪ ਨੇ ਸਵਰਗ ਤੱਕ ਜਾਣ ਲਈ ਇੱਕ ਟਾਵਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ। ਕਿੰਨਿਆਂ ਨੂੰ ਯਾਦ ਹੈ? ਉਤਪਤੀ 11 ਅਧਿਆਏ ਨਿਮਰੋਦ ਨੇ, ਹਾਲੇਲੂਇਆ, ਉਹਨਾਂ ਨੇ ਵੀ ਇੱਕ ਟਾਵਰ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸਵਰਗ ਤੱਕ ਪਹੁੰਚਾਇਆ ਜਾਏ, ਔਰ ਬਾਈਬਲ ਦੱਸਦੀ ਹੈ ਬਹੁਤ ਉੱਚੇ ਚਲ ਗਏ ਸੀ। ਹਾਲੇਲੂਇਆ, ਆਮੀਨ। ਉਹਦੀ ਵੀ ਸ਼ੁਰੂਆਤ ਕੀਤੀ ਜਾ ਰਹੀ ਸੀਗੀ, ਇੱਕ ਚੀਜ਼ ਬਣਾਈ ਜਾ ਰਹੀ ਸੀ ਸਵਰਗ ਤੱਕ ਪਹੁੰਚਣ ਦੇ ਲਈ, ਪਰ ਇਹਦੇ ਪਿੱਛੇ ਇੱਕ ਬੰਦੇ ਦਾ ਦਿਮਾਗ ਸੀਗਾ, ਔਰ ਉਹ ਬੰਦਾ ਸ਼ੈਤਾਨੀ, ਤੇ ਪਹੁੰਚਣ ਦੀ ਕੋਸ਼ਿਸ਼ ਕਿੱਥੇ ਕਰ ਰਿਹਾ? ਸਵਰਗ 'ਚ। ਔਰ ਇੰਨਾ ਕਾਮਯਾਬ ਹੋ ਗਏ ਕਿ ਬੜੀ ਉਚਾਈ ਤੱਕ ਚਲੇ ਵੀ ਗਏ, ਸ਼ਾਇਦ ਉੱਥੇ ਤੱਕ ਚਲ ਗਏ ਜਿੱਥੇ ਤੱਕ ਜਹਾਜ਼ ਉੱਡਦੇ ਆ।
लेकिन बाइबल दसदी है एक टाइम उत्ते सारा ही आके धड़म करके सुट दिता गया। एक गड़बड़ फेल हो गई। हालेलुया। पर बाइबल होर एक दसदी है कि धरती उत्ते कुछ पिरामिड बनाए गए और ये पिरामिड बनाए गए हनोक दे द्वारा, और हनोक परमेश्वर दे नाल नाल चलदा स्वर्ग च उठा लिया गया। ये मायने रखदा है चीज शुरू किदे द्वारा की जा रही है, किस मकसद लिए की जा रही है। जे निमरोद ने शुरू किया है फेल हो गया, जे हनोक ने शुरू किया और रैप्चर च गया। तब पता होना चाहिए कि अगर कोई सच्ची कलीसिया है उसकी शुरुआत किने की, कि ये किसी बंदे के दिमाग च आया कि यह वाला झुंड खड़ा कर लिया जाए, कि आए प्रभु के दिमाग च सीगा इनू इदां तैयार किया जाए। हालेलुया। क्योंकि अगर अपने समय नाल कोई कलीसिया खड़ी की जाती है तो फेल होंदी है, पर कलीसिया तो सदा ही परमेश्वर द्वारा बनाई जाती है। हालेलुया। बंदियां दे द्वारा बनाए गए चर्च कदे सफल नहीं होंदे, इस करके कैन दा चर्च फेल होया। आमीन। हालेलुया। प्रभु दे नाम नूं वडियाई मिले। सुन रहे तुसीं सारे? इसलिए कैन दा चर्च फेल होया, इसलिए बलियाम दा चर्च फेल होया, इसलिए इजबल दा चर्च फेल होया, इसलिए फरीसियां दा चर्च फेल होया, इसलिए अज बंदियां दे बनाए हुए चर्च फेल हो रहे हैं। आमीन। पर मैनू याद है यीशु मसीह ने कहा इस हैकल नूं ढा दो, मैं 3 दिनों च फिर इहनूं खड़ी कर दांगा। ये नहीं नाश होएगी। क्यों? क्योंकि यह एक ऐसा चर्च सीगा जिहड़ा किसी बंदे द्वारा नहीं बनाया गया, एक भी हाथ बंदे ने नहीं लगाया। ओ पवित्र आत्मा तेरे उत्ते आएगा, साया करेगा और तू पुत्र नूं जन्म देवेंगी। जेड़ा पवित्र आत्मा रे द्वारा है मंदिर बनाया गया, उन्हें क्या ढा दो, 3 दिनों च मैं फिर खड़ा कर देंगा। की तुहानूं लभ रहा की है? चर्च यीशु मसीह परमेश्वर दा चर्च सी। इसलिए नाश नहीं होया, इसलिए कबर च सड़िया नहीं, क्योंकि ये पवित्र आत्मा द्वारा खड़ा किया गया है। ते वो चर्च जेड़े बंदियां द्वारा बनाए गए वो किद्दां खड़े रह सकते हैं? कदे नहीं रहणगे। कि तुसीं नहीं जानते तुहाडा शरीर परमेश्वर दी हैकल है, इसलिए जरूरी है तुहाडे अंदर परमेश्वर ने कुछ रखा हुआ बनाया हुआ है। हालेलुया। आमीन। अगर प्रभु दा जीवन तुहाडे अंदर है, अगर तुम मर भी जाते हो तो एक दिन ये आवाज तुहानूं उठा खड़ा करेगी। हालेलुया। प्रेज द लॉर्ड। ताई पढ़िया कि परमेश्वर एक कलीसिया बनाने दा गल करदा है। 32:16 जिहड़ी पहली आयत पढ़ी उस च उन्हें कहा, अते मैं भी तैनूं आखदा हां जो तू पतरस है, अते मैं इस पत्थर उत्ते अपनी कलीसिया बनावांगा, अते पताल दे फाटकां दा उहदे उत्ते कुछ वस नहीं चलेगा। हालेलुया। परमेश्वर ने एक कलीसिया बनाने की गल की, उन्हें कहा ऐसी बनावांगा और बनावांगा पत्थर दे उत्ते कि कोई नरक दे फाटकां दा उहदे उत्ते वस नहीं चलेगा। समय लग रही सब नूं? अपने हाथ उठावांगे फिर मैं सवाल पूछांगा। समय लग रही कि? हालेलुया। तो आओ परमेश्वर की तैयारी देखिए। जदों उन्हें कलीसिया बनाने की गल की, सच्ची कलीसिया की पहचान दस रहा हो। सच्ची कलीसिया संस्था नहीं हुंदी, सच्ची कलीसिया बंदियां द्वारा नहीं खड़ी की जाती, सच्ची कलीसिया परमेश्वर द्वारा खड़ी की जाती है। और जो परमेश्वर खड़ी कर लगा, उन्हें कहा मैं एक कलीसिया बनावांगा जिहदे उत्ते नरक दे फाटकां दा कोई वस नहीं चलेगा। तां प्रभु जदों उस कलीसिया नूं बनाउण लगा, उहदी तैयारी किदां दी सी? उन्हें लूका 24:49 च कहा, अते वेखो मैं अपने पिता दा करार तुहाडे उत्ते घलदा हां, पर जद तुसीं उपरों शक्ति ना पाओ शहर विच रहो। जब तक तुसीं उपरों शक्ति ना पा लो शहर च रहो, शहर तो बाहर ना जाओ। ये की सीगा? परमेश्वर अपनी कलीसिया खड़ी करन दी तैयारी कर रहा है। उन्हें क्या मैं अपने पिता दा वादा तुहाडे ते घल्लांगा, जब तक वो वादा तुसीं पा नहीं लेंदे तब तक शहरों बाहर ना जाओ। प्रभु की कर रहा? कलीसिया खड़ी कर रहा है। रसूलां दे किताब 1:8, पर जां पवित्र आत्मा तुहाडे उत्ते आवेगा तां तुसीं शक्ति पाओगे
ਅਤੇ ਯਰੂਸ਼ਲਮ ਅਤੇ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਆਮੇਨ। ਕਿੰਨੇ ਆਮੀਨ ਕਹਿ ਸਕਦੇ ਆ? ਪਰਮੇਸ਼ਰ ਕੀ ਕਰ ਰਿਹਾ? ਕਲੀਸਿਆ ਬਣਾ ਰਿਹਾ ਹੈ। ਹਾਲੇਲੂਇਆ। ਔਰ ਕਲੀਸਿਆ ਬਣਾਉਣ ਦੇ ਲਈ ਕਿਹਨੂੰ ਭੇਜ ਰਿਹਾ? ਹਾਲੇਲੂਇਆ। ਉਹ ਮਿਸਤਰੀ ਕੌਣ ਹੋਏਗਾ? ਉਹ ਠੇਕੇਦਾਰ ਕੌਣ ਹੋਏਗਾ? ਪਵਿੱਤਰ ਆਤਮਾ ਹੋਏਗਾ। ਬੰਦੇ ਤੇ ਕੋਲ ਸੀਗੇ, ਉਹਦੇ ਬੰਦੇ ਤੇ ਉਹਦੇ ਕੋਲ ਸੀਗੇ, ਪਰ ਕਲੀਸਿਆ ਬੰਦਿਆਂ ਦੁਆਰਾ ਨਹੀਂ ਬਣਾਈ ਜਾ ਸਕਦੀ। ਕਿਉਂ? ਉਹਨੇ ਕਿਹਾ ਵੇਟ ਕਰਿਓ, ਪਵਿੱਤਰ ਆਤਮਾ ਆਏਗਾ, ਉਹੀ ਕਲੀਸਿਆ ਦੀ ਉਸਾਰੀ ਕਰੇਗਾ। ਇਹਦਾ ਮਤਲਬ ਕਲੀਸਿਆ ਹੈ ਹੀ ਉਹ ਜਿਹੜੀ ਪਵਿੱਤਰ ਆਤਮਾ। ਮੈਂ ਤੁਹਾਨੂੰ ਦੱਸਾਂ, ਅਗਰ ਪਵਿੱਤਰ ਆਤਮਾ ਦੇ ਦੁਆਰਾ ਤੁਹਾਡੀ ਮਸੀਹਤ ਸ਼ੁਰੂ ਹੋਈ ਹੈ, ਤੁਸੀਂ ਕਦੇ ਫੇਲ ਨਹੀਂ ਹੋ ਸਕਦੇ। ਇਹ ਤੁਹਾਡੀ ਤੋਬਾ ਪਵਿੱਤਰ ਆਤਮਾ ਦੇ ਮਸਾ ਥੱਲੇ ਹੋਈ ਹੈ, ਤੁਸੀਂ ਕਦੇ ਮੁੜੋਗੇ ਨਹੀਂ। ਜੇ ਤੁਹਾਡਾ ਕਰਾਰ ਪਵਿੱਤਰ ਆਤਮਾ ਦੀ ਮਰਜ਼ੀ ਦੇ ਥੱਲੇ ਹੋਇਆ, ਤੁਸੀਂ ਕਦੇ ਬਦਲੋਗੇ ਨਹੀਂ। ਕਿਉਂਕਿ ਅਸਲੀ ਸ਼ੁਰੂਆਤ ਕਰਨ ਵਾਲਾ, ਅੱਗ ਬਾਲਣ ਵਾਲਾ ਪਵਿੱਤਰ ਆਤਮਾ ਹੈ। ਬੰਦੇ ਉਹਦੇ ਕੋਲ ਬੜੇ ਤਗੜੇ ਸੀਗੇ, ਬੰਦੇ ਬੜੇ ਮਹਾਨ ਸੀਗੇ, ਸੂਝਵਾਨ ਹੀ, ਲੇਕਿਨ ਉਹਨਾਂ ਸਾਰੇ ਬੰਦਿਆਂ ਨੂੰ ਉਹਨੇ ਕਿਹਾ ਇੱਕ ਜਗ੍ਹਾ ਰੁਕ ਜਿਓ, ਤਦ ਤੱਕ ਨਾ ਨਿਕਲਿਓ ਜਦ ਤੱਕ ਪਵਿੱਤਰ ਆਤਮਾ ਨਹੀਂ ਆ ਜਾਂਦਾ। ਪਵਿੱਤਰ ਆਤਮਾ ਆਏਗਾ, ਪੂਰੇ ਸੱਚ 'ਚ ਤੁਹਾਡੀ ਅਗਵਾਈ ਕਰੇਗਾ, ਔਰ ਉਹ ਕਲੀਸਿਆ ਬਣੇਗੀ ਅਸਲੀ। ਹਾਲੇਲੂਇਆ, ਆਮੀਨ। ਔਰ ਅਫਸੀਆਂ 1:22 ਕਹਿੰਦੀ ਹੈ, ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ। ਕਿਹਦੇ? ਮਸੀਹ ਦੇ। ਅਤੇ ਸਭਨਾ ਵਸਤਾਂ ਉੱਤੇ ਸਿਰ ਬਣਨ ਲਈ ਉਸ ਨੂੰ ਕਲੀਸਿਆ ਲਈ ਦੇ ਦਿੱਤਾ। ਸਭ ਕੁਝ ਉਸ ਦੇ ਪੈਰਾਂ ਥੱਲੇ ਕੀਤਾ ਗਿਆ, ਔਰ ਕਲੀਸਿਆ ਦਾ ਉਹਨੂੰ ਹੀ ਹੈਡ ਬਣਾਇਆ ਗਿਆ। ਇਹਦਾ ਮਤਲਬ ਅਸਲੀ ਕਲੀਸਿਆ ਦੀ ਪਛਾਣ ਕੀ ਹੈ? ਜਿਹਦਾ ਹੈਡ ਮਸੀਹ ਖੁਦ ਆਪ ਹੋਏ। ਭੈਣੋ ਭਰਾਵੋ, ਅਗਰ ਤੁਸੀਂ ਸੱਚੀ ਕਲੀਸਿਆ ਦੇ ਮੈਂਬਰ ਹੋ, ਤੁਹਾਡਾ ਹੈਡ ਯਿਸੂ ਮਸੀਹ ਹੈ। ਜਿਨ੍ਹਾਂ ਨੂੰ ਭਾਈ ਜੋਰਜ ਦਾ ਡਰ ਹੁੰਦਾ ਹੈ, ਉਹ ਉਹਦੀ ਗੈਰ ਮੌਜੂਦਗੀ 'ਚ ਕੁਛ ਵੀ ਕਰਦੇ ਆ। ਉਹ ਕਿੱਦਾਂ ਦਾ ਵੀ ਪਾਣਗੇ, ਕਿੱਦਾਂ ਦਾ ਵੀ ਲਾਉਣਗੇ, ਉਹ ਕਿੱਦਾਂ ਦਾ ਵੀ ਚੱਲਣਗੇ, ਕੁਛ ਵੀ ਉਹ ਦੇਖਣਗੇ। ਉਹ ਜਿਹੜੇ ਭਾਈ ਜੋਰਜ ਦੀ ਅਗਵਾਈ ਹੇਠ ਚੱਲਦੇ ਆ, ਲੇਕਿਨ ਜਿਹੜੇ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲਦੇ ਆ, ਉਹਨਾਂ ਨੂੰ ਭਾਈ ਜੋਰਜ ਦਾ ਡਰ ਨਹੀਂ ਹੈ। ਕਿਉਂਕਿ ਅਸਲੀ ਕਲੀਸਿਆ ਦਾ ਸਿਰ ਕੋਈ ਪਾਸਟਰ ਨਹੀਂ, ਅਸਲੀ ਕਲੀਸਿਆ ਦਾ ਸਿਰ ਪਵਿੱਤਰ ਆਤਮਾ ਹੈ। ਫਿਰ ਤੁਸੀਂ ਇਹ ਨਹੀਂ ਕਹਿੰਦੇ ਮੇਰੇ ਪਾਸਟਰ ਨੇ ਮੈਨੂੰ ਮਨਾ ਕੀਤਾ, ਤੁਸੀਂ ਇਹ ਕਹਿੰਦੇ ਹੋ ਵਚਨ 'ਚ ਮਨਾ ਹੈ ਔਰ ਮੈਂ ਨਹੀਂ ਕਰ ਸਕਦਾ। ਪ੍ਰਭੂ ਆਲਮ ਨੇ ਕਿਹਾ ਤੁਸੀਂ ਫਿਰ ਆਪਣੇ ਵਾਲ ਕਟਵਾਣੇ ਕਿਸੇ ਬੰਦੇ ਦੇ ਡਰ ਕਰਕੇ ਨਹੀਂ ਛੱਡੋਗੀਆਂ। ਫਿਰ ਤੁਸੀਂ ਇਸ ਲਈ ਸਿਗਰਟ ਨਹੀਂ ਪੀਓਗੇ ਕਿ ਮੇਰਾ ਪਾਸਟਰ ਮੈਨੂੰ ਝਿੜਕੇਗਾ। ਤੁਹਾਨੂੰ ਪਵਿੱਤਰ ਆਤਮਾ ਦਾ ਡਰ ਹੋਏਗਾ ਅਗਰ ਤੁਸੀਂ ਸੱਚੀ ਕਲੀਸਿਆ ਦੇ ਮੈਂਬਰ ਬਣ ਗਏ ਹੋ ਤੇ। ਹਾਲੇਲੂਇਆ। ਕਿਉਂਕਿ ਅਸਲੀ ਕਲੀਸਿਆ ਦਾ ਹੈਡ ਯਿਸੂ ਮਸੀਹ ਖੁਦ ਆਪ ਹੈ। ਉਹਨੇ ਚੇਲਿਆਂ ਨੂੰ ਸਖਤ ਹਦਾਇਤ ਦਿੱਤੀ। ਇਹੀ ਜਿਹੜੇ ਚਰਚ ਦੇ ਮੈਂਬਰ ਪੁਰਾਣੇ ਹੋ ਗਏ ਆ, ਇਹੀ ਉਹਨਾਂ ਨੂੰ ਕੁਛ ਵੀ ਭਰੋਸਾ ਕਰ ਸਕਦੇ ਆ। ਪਰ ਯਿਸੂ ਮਸੀਹ ਨੇ ਕਿਹਾ ਭਾਵੇਂ ਤੁਸੀਂ ਪੁਰਾਣੇ ਹੋ, ਪਰ ਜਦ ਤੱਕ ਨਾ ਨਿਕਲਿਓ। ਆਮੀਨ। ਤਦ ਤੱਕ ਨਾ ਨਿਕਲਿਓ ਜਦ ਤੱਕ ਪਵਿੱਤਰ ਆਤਮਾ ਵੱਲੋਂ ਤੁਹਾਨੂੰ ਹਦਾਇਤ ਨਹੀਂ ਮਿਲ ਜਾਂਦੀ। ਕਿੰਨੇ ਆਮੀਨ ਕਹਿ ਸਕਦੇ ਆ? ਉਹ ਰਾਜਾਂ ਹੀ ਕਿੱਦਾਂ ਨਿਕਲ ਪੈਂਦੇ ਆ। ਕੋਈ ਵੀ ਆਤਮਾ ਤੋਂ ਬਗੈਰ ਨਿਕਲਣ ਦੀ ਕੋਸ਼ਿਸ਼ ਨਾ ਕਰੇ, ਇੱਕ ਕਦੇ ਸਫਲ ਨਹੀਂ ਹੋਏਗਾ। ਚਾਹੇ ਤੀ ਵਿਸ਼ਵਾਸੀ बनना ਹੋਏ, ਕੁਛ ਵੀ ਕਿਉਂ ਨਾ ਕਰਨਾ ਹੋਏ। ਆਮੀਨ, ਹਾਲੇਲੂਇਆ। ਤਾਂ ਅਬਰਾਹਮ ਨੇ ਕਿਹਾ ਇਸ ਕਲੀਸਿया ਦੀ ਸਥਾਪਨਾ ਕੌਣ ਕਰਦਾ ਹੈ? ਯਿਸੂ ਮਸੀਹ। ਕੋਈ ਬਿਸ਼ਪ ਨਹੀਂ, ਕੋਈ ਮਨੁੱਖਾਂ ਦਾ ਝੁੰਡ ਨਹੀਂ, ਕੋਈ ਪੋਪ ਨਹੀਂ, ਮਨੁੱਖਾਂ ਦੀਆਂ ਬਣਾਈਆਂ ਹੋਈਆਂ ਤਾਕਤਾਂ ਨਹੀਂ, ਪਰ ਯਿਸੂ ਮਸੀਹ ਆਪਣੇ ਉਸ ਰਾਜ ਦੇ ਬਾਰੇ ਵਿੱਚ ਬੋਲਿਆ ਸੀ ਜੋ ਸਾਮਰਥ ਵਿੱਚ ਆਉਣ ਵਾਲਾ ਸੀ। ਕੁਝ ਇੱਥੇ ਖੜੇ ਹਨ, ਉਹਨੇ ਕਿਹਾ ਸੀਗਾ, ਉਹਨੇ ਕਿਹਾ ਇੱਥੇ ਕੁਝ ਖੜੇ ਆ, ਉਹ ਤਦ ਤੱਕ ਮਰਨਗੇ ਨਹੀਂ, ਉਹ ਮੌਤ ਦਾ ਮੂੰਹ ਨਹੀਂ ਵੇਖਣਗੇ ਜਦ ਤੱਕ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖ ਲੈ। ਚੇਲੇ ਉੱਥੇ ਸੀਗੇ, ਉਹਨੇ ਕਿਹਾ ਕਿ ਤਦ ਤੱਕ ਉਹ ਮਰਨਗੇ ਨਹੀਂ ਜਦ ਤੱਕ ਉਹ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ 'ਚ ਆਉਂਦਾ ਨਾ ਵੇਖ ਲੈ।
राज का मतलब ये नहीं कि वही 1000 साल राज करेगा या रैप्चर होएगा, नहीं। राज का मतलब यही कि जो पवित्र आत्मा बन के वो जब तक वापस ना आए, कई आ जेडे नहीं मरण के। हालेलुया, प्रभु की वड्याई होवे, प्रभु के नाम महिमा मिले। यही सच्ची कलीसिया की पछाण करके उस तो बाद अपने आप को पछाणना है कि मैं किसी संस्था के प्रभाव थले ते नहीं, या कि मैं उस सच्ची कलीसिया का मैंबर बन गया। संदेश बहुत है, पर मैं अज अं मजबूर हाँ, साडे लई बहुत जरूरी काम है। तो मैनू उम्मीद है कि इन्ना क वचन तुहाडी मदद करे। तो एक हफ्ता इहदे उत्ते ध्यान दिओ। सच्ची कलीसिया दी 5 पक्कियां पछाणां। सच्ची कलीसिया दी कोई पछाण हुंदी है, हर एक चीज़ की पछाण हुंदी है। जे कोई अविश्वासी है तो उसकी कोई पछाण है, जे कोई विश्वासी है तो उसकी भी कोई पछाण है। सच्ची कलीसिया दी 5 पक्कियां पछाणां। तुहाडे विच कोई हाथ उठा के दस सकदा 5 किहड़ियां किहड़ियां जिहड़ी मैं हुणे दस्सियां? 4 दस सकदा? 4 3 भी नहीं दस, 2 दस सकदा? हाँ दसो। मैं सुनिया नहीं भाई की दसिया? नहीं, मैं जेडे पॉइंट दसिया मैं इन्हां दी गल कर रहा। मैं फिर हाँ जी, वेरी गुड, सारे सुनिया करो, ठीक है। प्रभु तुहाडी मदद करे। आओ सिरां नूं झुकाउंदे हां, दुआ च जावांगे। सारे अपने सिरां झुकावांगे। साडी इस तो बाद एक जनाजे की सभा है, इसलिए बंद कर रहे हैं। मेरी बेनती है सारे अपने सिरां झुकावांगे और आओ अपने हत्थों में ऊपर उठाइए और कहिए, प्रभु अहीं ते सच्ची कलीसिया का उस हिस्सा बनना है, मैंबर होना है, जिन्हों तू खड़े किया, जिन्हों तू स्थापित किया, जिसका संदेश सच्चा है, जिदे मैंबर पवित्र आत्मा द्वारा नवे जन्म के नाल बनाए जाते हैं। आओ सारे अपने सिरां झुका के हत्थों ऊपर उठा के दुआ करते हैं। साडे महान अनुग्रहकारी ईश्वर के पिता प्रभु यीशु मसीह, प्रभु तू क्या मैं कलीसिया बनावांगा तो बनाएगा प्रभु, और बना चुका है प्रभु यीशु मसीह। उन्होंने मैंबरां नूं इकट्ठे कर रहा है जेड़े उस ठहराई हुई कलीसिया लई पहले तो तैयार किए गए। प्रभु यीशु मसीह स्वर्गी पिता, सानू सारियां नूं सुनन वाले विश्वास के कान दे, नम्र हलीम हिरदा दे, जिहड़ा तेरे वचन नूं कबूल करे। प्रभु तेरे नबी ने कहा कि चर्च मैंबर बन के कदे भी नहीं जा सकते, सानू उस देह दे मैंबर बनना पैना है जिहड़ी देह यीशु मसीह दी है। और तेरे नबी ने कहा कलीसिया का मतलब है मसीह दी भेत भरी देह खुदावंद यीशु मसीह, जिहदा सिर खुदा मसीह है। प्रभु तू बीमार भैणां भरावां नूं चंगिया कर, जिहड़े आस और उम्मीद नाल आए, जिन्हां दे शरीर च कोई रोग है, कोई दुख है, कोई बीमारी है। तेरा दास होने के नाते ते अपने हत्थां नूं तेरे वाल उठा के कहंदा आ, तू साडा राजा है प्रभु, असीं तेरे राज दे बंदे हैं। खुदावन तू वादा किया यीशु मसीह, जिवें तू इजराइल नाल कीता, 40 साल ना उन्हां दीयां जुत्तियां घसियां ना टुटियां, ना उन्होंने कपड़े फटे प्रभु यीशु मसीह, ना पुराने पे। ओ प्रभु तेरे नबी ने कहा 20 लाख लोग सी, रोजाना किन्ने जमदे सन, किन्ने बीमार हुंदे सन, पर सब दे लई इक्को ही इलाज सीगा, मैं यहोवा तैनूं चंगा करने वाला परमेश्वर हाँ। और प्रभु तेरे नबी ने कहा जब तक जदों निकले लेले दे लहू दे हेठ, उन्हां चों एक भी कमजोर नहीं सीगा। अज भी लोग तेरे लहू दे हेठों निकल के जान और एक भी कमजोर और मांदा ना रहे प्रभु यीशु मसीह। तू बीमारां नूं चंगिया कर, अपने बच्चों नूं बुद्ध दे, तेरे वचन दे लई सीरियस होण, और आने वाले समय ऐतवार नूं प्रभु असीं तुसानूं मौका दें इकट्ठे हो सकीए और इस विषय में देख सकिए कि परमेश्वर किद्दां एक सच्ची कलीसिया तैयार करदा है। प्रभु तू बरकत दे यीशु मसीह दे नाम च मंगदे, प्रभु तुहानूं आशीष देवे। सब नूं जय मसीह दी। बाकी रस्मां भाई को मैनूं लगदा है कि वो जल्दी आखिरी दुआ कर देना, खत्म कर दे।